ਸ਼ਾਮ ਲਾਲ ਦੀਆਂ 7 ਬੇਟੀਆਂ ਸੀ। 20 ਸਾਲ ਮਜ਼ਦੂਰੀ ਕਰਕੇ ਬਸ ਇੰਨੇ ਹੀ ਪੈਸੇ ਜਮ੍ਹਾਂ ਹੋਏ ਸੀ ਕਿ ਉਹ ਇੱਕ ਹੀ ਬੇਟੀ ਦਾ ਵਿਆਹ ਕਰ ਸਕਦਾ ਸੀ। ਇੱਕ ਦਿਨ ਇੱਕ ਫਕੀਰ ਆਵਾਜ਼ ਲਗਾ ਰਿਹਾ ਸੀ, ਰੱਬ ਦੇ ਨਾਮ ਤੇ ਦੱਸ ਦਿਓ, ਰੱਬ 70 ਦੇਵੇਗਾ। ਤਾਂ ਸ਼ਾਮ ਲਾਲ ਦੀ ਪਤਨੀ ਨੇ ਲੜਕੀ ਦੇ ਵਿਆਹ ਲਈ ਜਮ੍ਹਾਂ ਕੀਤੇ ਸਾਰੇ ਪੈਸੇ ਉਸ ਫਕੀਰ ਨੂੰ ਦੇ ਦਿੱਤੇ ਅਤੇ ਸੋਚਿਆ, 7 ਗੁਣਾ ਮਿਲਣਗੇ ਤਾਂ 7 ਬੇਟੀਆਂ ਦੇ ਵਿਆਹ ਹੋ ਜਾਣਗੇ। ਵਿਆਹ ਦਾ ਸਮਾਂ ਆਇਆ ਤਾਂ ਸ਼ਾਮ ਲਾਲ ਨੇ ਆਪਣੀ ਪਤਨੀ ਤੋਂ ਪੈਸੇ ਮੰਗੇ ਅਤੇ ਪਤਨੀ ਦਾ ਜਵਾਬ ਸੁਣ ਕੇ ਉਸਨੇ ਗੁੱਸੇ ਵਿੱਚ ਪਤਨੀ ਦੀਆਂ ਹੱਡੀਆਂ ਤੋੜ ਦਿੱਤੀਆਂ ਅਤੇ ਬੇਇੱਜ਼ਤੀ ਦੇ ਡਰ ਨਾਲ ਘਰੋਂ ਭੱਜ ਗਿਆ। ਪਰ ਜਦੋਂ ਬਾਰਾਤ ਆਈ ਤਾਂ ਮਾਂ ਬੇਟੀਆਂ ਦੀਆਂ ਚੀਕਾਂ ਨਿਕਲ ਗਈਆਂ, ਕਿਉਂਕਿ ਗਰਮੀਆਂ ਦੀ ਤੇਜ਼ ਕਰਾਰ ਧੁੱਪ ਵਿੱਚ ਸ਼ਾਮ ਲਾਲ ਪੂਰੀ ਤਰ੍ਹਾਂ ਨਾਲ ਭਿੱਜਿਆ ਹੋਇਆ ਸੀ। ਇੱਕ ਨਜ਼ਰ ਉਸਨੇ ਸੂਰਜ ਦੀ ਵਧਦੀ ਤਪਸ਼ ਵੱਲ ਦੇਖਿਆ ਅਤੇ ਦੂਜੀ ਨਜ਼ਰ ਆਪਣੇ ਪੁਰਾਣੇ ਫਟੇ ਜਿਹੇ ਕੱਪੜਿਆਂ ਦੇ ਵੱਲ ਦੇਖਿਆ। ਉਹ ਪਸੀਨੇ ਨਾਲ ਨਹਾ ਚੁੱਕਿਆ ਸੀ, ਬੁੱਲ੍ਹ ਪਿਆਸ ਦੀ ਸ਼ਿੱਦਤ ਨਾਲ ਸੁੱਕ ਚੁੱਕੇ ਸੀ, ਪਰ ਦੁਪਹਿਰ ਦੇ ਖਾਣੇ ਵਿੱਚ ਅਜੇ ਵੀ ਵਕਤ ਸੀ। ਉਸਨੇ ਖੁਸ਼ਕ ਬੁੱਲ੍ਹਾਂ 'ਤੇ ਜ਼ੁਬਾਨ ਫੇਰ ਕੇ ਤਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੋਢਿਆਂ 'ਤੇ ਚੁੱਕੀ ਸੀਮਿੰਟ ਦੀ ਬੋਰੀ ਉਸਨੇ ਕੱਚੇ ਮਕਾਨ ਵਿੱਚ ਸੁੱਟੀ ਅਤੇ ਸਾਹਮਣੇ ਰੱਖੇ ਵਾਟਰ ਕੂਲਰ ਦੇ ਕੋਲ ਆ ਗਿਆ। ਸਟੀਲ ਦੇ ਗਲਾਸ ਵਿੱਚ ਜਦੋਂ ਪਾਣੀ ਭਰਿਆ ਤਾਂ ਉਸਦਾ ਪਾਣੀ ਵੀ ਗਰਮ ਸੀ। ਬਸ ਬੜੀ ਮੁਸ਼ਕਲ ਨਾਲ ਉਹ ਥੋੜ੍ਹਾ ਜਿਹਾ ਪਾਣੀ ਹੀ ਪੀ ਸਕਿਆ ਸੀ। ਕਮੀਜ਼ ਦੇ ਨਾਲ ਆਪਣਾ ਪਸੀਨਾ ਪੂੰਝਿਆ। ਅਜੇ ਕੁਝ ਮਿੰਟ ਹੀ ਗੁਜ਼ਰੇ ਸੀ ਇਸ ਨੂੰ ਬੈਠੇ ਹੋਏ ਕਿ ਬਾਹਰੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। "ਓ ਸ਼ਾਮ, ਜਲਦੀ ਕਰ, ਟਰੱਕ ਤੇਰੇ ਬਾਪ ਦਾ ਨਹੀਂ ਹੈ ਜੋ ਇੱਥੇ ਖੜਾ ਰਹੇਗਾ। ਜਲਦੀ ਨਾਲ ਸਾਰੀਆਂ ਬੋਰੀਆਂ ਹੇਠਾਂ ਉਤਾਰ, ਫਿਰ ਦੂਸਰਾ ਟਰੱਕ ਵੀ ਆਉਣ ਵਾਲਾ ਹੈ ਰੇਤ ਬਜਰੀ ਦਾ। ਅੱਜ ਹੀ ਸਾਰਾ ਕੰਮ ਨਿਪਟਾਉਣਾ ਹੈ। ਹਜੇ ਤਾਂ ਪਹਿਲਾਂ ਹੀ ਸਾਹ ਫੁੱਲਿਆ ਹੋਇਆ ਸੀ, ਫਿਰ ਉਮਰ ਵੀ ਤਾਂ 50 ਤੋਂ ਉੱਪਰ ਹੋ ਗਈ ਸੀ। ਹੁਣ ਇਸ ਦੇ ਕੋਲੋਂ ਤੇਜ਼ੀ ਨਾਲ ਕੰਮ ਨਹੀਂ ਹੁੰਦਾ ਸੀ ਜਿਸ ਤਰ੍ਹਾਂ ਉਹ ਜਵਾਨੀ ਵਿੱਚ ਕਰਦਾ ਆ ਰਿਹਾ ਸੀ, ਪਰ ਮਜ਼ਦੂਰ ਦੀ ਜ਼ਿੰਦਗੀ ਵਿੱਚ ਕਿੱਥੇ ਬੋਝ ਘੱਟ ਹੁੰਦਾ ਹੈ। ਸ਼ਾਮ ਲਾਲ ਨੇ ਗਹਿਰਾ ਸਾਹ ਲਿਆ ਤੇ ਬਾਹਰ ਨਿਕਲ ਆਇਆ। ਜਦੋਂ ਤੋਂ ਜੂਨ ਮਹੀਨਾ ਚੜ੍ਹਿਆ ਸੀ, ਗਰਮੀ ਤਾਂ ਸਿਖਰਾਂ 'ਤੇ ਪਹੁੰਚ ਗਈ ਸੀ। ਬਾਰ-ਬਾਰ ਸ਼ਾਮ ਲਾਲ ਦਾ ਦਿਲ ਡੁੱਬਣ ਲੱਗ ਪੈਂਦਾ ਸੀ। ਦਿਲ ਚਾਹੁੰਦਾ ਸੀ ਕਿ ਜੱਗ ਠੰਡੇ ਪਾਣੀ ਦਾ ਪੀਣ ਨੂੰ ਮਿਲ ਜਾਵੇ ਜਾਂ ਇਹ ਸੂਰਜ ਹੀ ਕੁਝ ਠੰਡਾ ਹੋ ਜਾਵੇ। ਹੁਣ ਤਾਂ ਨੰਗੇ ਪੈਰੀ ਵੀ ਜ਼ਮੀਨ 'ਤੇ ਚੱਲਣਾ ਮੁਸ਼ਕਲ ਹੋ ਰਿਹਾ ਸੀ। ਥਕਾਵਟ ਨਾਲ ਜੋੜ-ਜੋੜ ਦੁਖ ਰਿਹਾ ਸੀ, ਪਰ ਉਹ ਇੱਕ ਤੋਂ ਬਾਅਦ ਇੱਕ ਬੋਰੀ ਆਪਣੇ ਮੋਢਿਆਂ 'ਤੇ ਚੱਕ ਕੇ ਕੰਮ ਵਿੱਚ ਰੁੱਝਿਆ ਹੋਇਆ ਸੀ। ਸ਼ਾਮ ਲਾਲ ਇੱਕ ਮਜ਼ਦੂਰ ਸੀ। ਨੰਗੇ ਪੈਰੀ ਸੀਮਿੰਟ ਦੀਆਂ ਬੋਰੀਆਂ ਮਿਸਤਰੀ ਦੇ ਕੋਲ ਰੱਖਦਾ ਸੀ ਅਤੇ ਜ਼ਿਆਦਾਤਰ ਘਰ ਬਣਾਉਣ ਵਿੱਚ ਮਜ਼ਦੂਰੀ ਕਰਦਾ ਸੀ। ਸਵੇਰੇ ਤੜਕੇ ਤੋਂ ਹੀ ਇਸ ਦੀ ਡਿਊਟੀ ਸ਼ੁਰੂ ਹੋ ਜਾਂਦੀ ਸੀ ਅਤੇ ਸ਼ਾਮ ਨੂੰ ਸੂਰਜ ਢਲਣ ਤੋਂ ਬਾਅਦ ਹੀ ਉਹ ਘਰ ਵਾਪਸ ਆਉਂਦਾ ਸੀ। ਜਦੋਂ ਘਰ ਆਉਂਦਾ ਸੀ ਤਾਂ 7 ਬੇਟੀਆਂ ਬਾਪ ਦੀ ਖਿਦਮਤ ਵਿੱਚ ਜੁੜ ਜਾਂਦੀਆਂ ਸਨ। ਉਸ ਦੀ ਪਤਨੀ ਇੱਕ ਤੋਂ ਬਾਅਦ ਇੱਕ 7 ਲੜਕੀਆਂ ਦੀ ਪੈਦਾਇਸ਼ ਦੇ ਕਰਕੇ ਉਮਰ ਤੋਂ ਪਹਿਲਾਂ ਹੀ ਬੁੱਢੀ ਲੱਗਣ ਲੱਗ ਪਈ ਸੀ। ਇਹੀ ਹਾਲ ਸ਼ਾਮ ਲਾਲ ਦਾ ਵੀ ਸੀ। ਸੀਮਿੰਟ ਦੀਆਂ ਬੋਰੀਆਂ ਚੁੱਕਦੇ ਸਮੇਂ ਤੋਂ ਪਹਿਲਾਂ ਹੀ ਕਮਰ ਝੁਕ ਗਈ ਸੀ ਅਤੇ ਫਿਰ 7 ਬੇਟੀਆਂ ਦਾ ਸੋਚ ਕੇ ਤਾਂ ਇਸ ਦੀ ਕਮਰ ਟੁੱਟ ਹੀ ਜਾਂਦੀ ਸੀ। ਬੇਟੇ ਦੀ ਚਾਹਤ ਵਿੱਚ 7 ਬੇਟੀਆਂ ਦੀ ਪੈਦਾਇਸ਼ ਨੇ ਇਸ ਨੂੰ ਕਮਰਾ ਕਰਕੇ ਰੱਖ ਦਿੱਤਾ ਸੀ। ਸਾਰੀਆਂ ਬੇਟੀਆਂ ਖੂਬਸੂਰਤ, ਸਲੀਕੇਦਾਰ ਅਤੇ ਖਿਦਮਤਗੁਜ਼ਾਰ ਸੀ, ਪਰ ਦਾਜ ਤੋਂ ਬਿਨਾਂ ਕੋਈ ਵੀ ਵਿਆਹੁਣ ਦੇ ਲਈ ਤਿਆਰ ਨਹੀਂ ਸੀ। ਇਹ ਗੱਲ ਉਹ ਵੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਜਦੋਂ ਤੱਕ ਉਹ ਬੇਟੀਆਂ ਨੂੰ ਦਾਜ ਨਹੀਂ ਦੇਵੇਗਾ, ਕੋਈ ਵੀ ਉਸ ਦੀਆਂ ਬੇਟੀਆਂ ਨੂੰ ਵਿਆਹ ਕੇ ਨਹੀਂ ਲੈ ਜਾਵੇਗਾ। ਖਾਣੇ ਦੀ ਪਲੇਟ ਵਿੱਚੋਂ ਜਦੋਂ ਸ਼ਾਮ ਲਾਲ ਨੇ ਮੀਟ ਦੀ ਸਬਜ਼ੀ ਦੇਖੀ ਤਾਂ ਪਤਨੀ ਨੂੰ ਬੋਲਿਆ, "ਮੈਂ ਇਹ ਗੱਲ ਤੈਨੂੰ ਕਿੰਨੀ ਵਾਰ ਕਹੀ ਹੈ ਕਿ ਮੀਟ ਨਾ ਬਣਾਇਆ ਕਰ, ਬਹੁਤ ਮਹਿੰਗਾ ਹੋ ਚੁੱਕਿਆ ਹੈ। ਇਸ ਦੀ ਜਗ੍ਹਾ ਪਤਲੀ ਦਾਲ ਬਣਾ ਲੈਂਦੀ ਤਾਂ 2 ਵਕਤ ਗੁਜ਼ਰ ਜਾਂਦੇ। ਪੈਸੇ ਬਚਾ ਕੇ ਰੱਖਿਆ ਕਰ, ਪਰ ਤੂੰ ਸਮਝਦੀ ਹੀ ਨਹੀਂ। ਨੀਲਮ ਦੇ ਵਿਆਹ ਦੇ ਸਮੇਂ ਕੰਮ ਆਉਣਗੇ, ਪਰ ਤੈਨੂੰ ਕੀ, ਤੈਨੂੰ ਫਿਕਰ ਹੀ ਕਿੱਥੇ ਮੇਰੀ?" ਬਾਪ ਦਾ ਗੁੱਸੇ ਵਾਲਾ ਮਿਜਾਜ ਦੇਖ ਕੇ ਵੱਡੀ ਬੇਟੀ ਨੇ ਹੀ ਗੱਲ ਸੰਭਾਲ ਲਈ। ਕਹਿਣ ਲੱਗੀ, "ਪਿਤਾ ਜੀ, ਅਸੀਂ ਹੀ ਮਾਂ ਨੂੰ ਜਿੱਦ ਕੀਤੀ ਸੀ ਕਿ 2 ਮਹੀਨੇ ਗੁਜ਼ਰ ਗਏ, ਕੁਝ ਚੰਗਾ ਨਹੀਂ ਖਾਧਾ। ਇਸੇ ਕਰਕੇ ਮਾਂ ਨੇ ਪਾਈਆ ਮੀਟ ਲਿਆ ਕੇ ਬਣਾ ਦਿੱਤਾ ਸਾਨੂੰ। ਬੇਟੀਆਂ ਵਿੱਚ ਤਾਂ ਸ਼ਾਮ ਲਾਲ ਦੀ ਜਾਨ ਵੱਸਦੀ ਸੀ, ਇਸ ਕਰਕੇ ਕੁਝ ਨਾ ਕਿਹਾ। ਬੇਟੀਆਂ ਨੇ ਪਹਿਲਾਂ ਬਾਪ ਨੂੰ ਰੱਜ ਕੇ ਖਾਣਾ ਖਾਣ ਦਿੱਤਾ ਅਤੇ ਉਸ ਤੋਂ ਬਾਅਦ ਜੋ ਬਚਿਆ ਉਸਨੂੰ ਖਾ ਕੇ ਰੱਬ ਦਾ ਸ਼ੁਕਰ ਕੀਤਾ। ਪਰ ਅਗਲੇ ਦਿਨ ਜੋ ਇਹਨਾਂ ਉੱਪਰ ਕਿਆਮਤ ਟੁੱਟੀ ਸੀ, ਇਹਨਾਂ ਦਾ ਘਰ ਬਿਖਰ ਕੇ ਰਹਿ ਗਿਆ। ਜੂਨ ਦੀ ਸਖਤ ਗਰਮੀ ਦਾ ਦਿਨ ਸੀ। ਏਦਾਂ ਲੱਗਦਾ ਸੀ ਜਿੱਦਾਂ ਸੂਰਜ ਸਿਰ 'ਤੇ ਖੜਾ ਹੈ ਤੇ ਉਸ ਦੀ ਤਪਸ਼ ਸਿੱਧੀ ਸ਼ਾਮ ਲਾਲ ਦੇ ਸਿਰ 'ਤੇ ਪੈ ਰਹੀ ਸੀ। ਕੁਝ ਹੀ ਸੀਮਿੰਟ ਦੀਆਂ ਬੋਰੀਆਂ ਚੁੱਕਣ 'ਤੇ ਉਹ ਪਸੀਨੇ ਨਾਲ ਭਰ ਗਿਆ ਸੀ,
ਪਰ ਕੰਮ ਤਾਂ ਉਸਨੂੰ ਕਰਨਾ ਹੀ ਪੈਣਾ ਸੀ। ਅਜੇ ਉਸਨੂੰ ਬੋਰੀਆਂ ਚੁੱਕਦੇ ਹੋਏ ਨੂੰ 1 ਘੰਟਾ ਵੀ ਨਹੀਂ ਹੋਇਆ ਸੀ ਜਦੋਂ ਉਹ ਚੱਕਰ ਖਾ ਕੇ ਜ਼ਮੀਨ 'ਤੇ ਡਿੱਗ ਗਿਆ। ਸਾਰੇ ਹੀ ਮਜ਼ਦੂਰ ਸ਼ਾਮ ਲਾਲ ਦੇ ਕੋਲ ਪਹੁੰਚ ਗਏ। ਉਸ ਨੂੰ ਹਸਪੀਟਲ ਲੈ ਕੇ ਗਏ। ਡਾਕਟਰ ਨੇ BP ਲੋ ਹੋਣ ਦਾ ਕਿਹਾ ਸੀ। ਫਿਰ ਉਮਰ ਵੀ ਹੋ ਗਈ ਸੀ। ਥੋੜ੍ਹੇ ਬਹੁਤੇ ਟ੍ਰੀਟਮੈਂਟ ਤੋਂ ਬਾਅਦ ਉਸਨੂੰ ਹੋਸ਼ ਆ ਗਿਆ ਸੀ। ਡਾਕਟਰ ਨੇ ਆਰਾਮ ਦੀ ਸਲਾਹ ਦਿੱਤੀ ਤਾਂ ਹੱਸ ਕੇ ਕਹਿਣ ਲੱਗਾ, ਡਾਕਟਰ ਸਾਹਿਬ 7 ਬੇਟੀਆਂ ਨੇ ਮੇਰੀਆਂ, ਉਹ ਵੀ ਵਿਆਹੁਣ ਦੇ ਲਾਇਕ। ਜੇ ਮੈਂ ਆਰਾਮ ਕਰਾਂਗਾ ਤਾਂ ਉਹਨਾਂ ਨੂੰ ਖਵਾਏਗਾ ਕੌਣ ਅਤੇ ਵਿਆਹੇਗਾ ਕੌਣ? ਹੁਣ ਤਾਂ ਮਰਨ ਤੋਂ ਬਾਅਦ ਹੀ ਲੰਬੀ ਨੀਂਦ ਸੌਣ ਨੂੰ ਮਿਲੇਗੀ। ਜਦੋਂ ਉਹ ਘਰ ਪਹੁੰਚਿਆ ਤਾਂ ਉਸ ਨੂੰ ਵਕਤ ਤੋਂ ਪਹਿਲਾਂ ਘਰ ਦੇਖ ਕੇ ਉਸ ਦੀ ਵੱਡੀ ਬੇਟੀ ਵਜ੍ਹਾ ਪੁੱਛਣ ਲੱਗ ਪਈ। ਹੱਥ ਵਿੱਚ ਦਵਾਈ ਦੇਖ ਕੇ ਉਸ ਦਾ ਦਿਲ ਘਬਰਾ ਗਿਆ ਸੀ। ਤੁਰੰਤ ਆਪਣੇ ਬਾਪ ਦੇ ਕੋਲ ਪਹੁੰਚੀ। ਪਿਤਾ ਜੀ, ਕੀ ਹੋ ਗਿਆ ਹੈ? ਤੁਹਾਡੀ ਰੰਗਤ ਕਿਉਂ ਪੀਲੀ ਹੋ ਗਈ ਹੈ? ਨੀਲਮ ਨੇ ਫਿਕਰਮੰਦੀ ਦੇ ਨਾਲ ਪੁੱਛਿਆ। ਕੁਝ ਨਹੀਂ, ਬਸ ਥੋੜਾ ਜਿਹਾ ਚੱਕਰ ਆ ਗਿਆ ਸੀ ਮੈਨੂੰ। ਠੰਡਾ ਪਾਣੀ ਪਿਲਾ ਦੇ, ਸ਼ਾਮ ਲਾਲ ਜੀ ਨੇ ਫੁੱਲਦੇ ਸਾਹ ਨਾਲ ਕਿਹਾ। ਠੀਕ ਨਾਲ ਬੋਲਿਆ ਵੀ ਨਹੀਂ ਜਾ ਰਿਹਾ ਸੀ। ਉਹ ਮੰਜੇ 'ਤੇ ਹੀ ਬੈਠ ਗਿਆ। ਜਦੋਂ ਉਸਦੀ ਪਤਨੀ ਨੇ ਦੇਖਿਆ ਤਾਂ ਆਪਣੀ ਬੇਟੀ ਨੂੰ ਬੋਲੀ, ਉਹ ਨੀਲਮ, ਆਪਣੇ ਬਾਪ ਨੂੰ ਚੀਨੀ ਨਮਕ ਵਾਲਾ ਪਾਣੀ ਬਣਾ ਕੇ ਦੇ। ਦੇਖ ਤਾਂ ਸਹੀ ਕਿੱਦਾਂ ਸਾਹੋ ਸਾਹੀ ਹੋਏ ਪਏ ਨੇ। ਫਿਰ ਉਹ ਆਪਣੇ ਪਤੀ ਸ਼ਾਮ ਲਾਲ ਨੂੰ ਬੋਲੀ, ਸੁਣੋ ਜੀ, ਮੈਂ ਤਾਂ ਕਹਿੰਦੀ ਹਾਂ ਕਿ 1-2 ਦਿਨਾਂ ਲਈ ਆਰਾਮ ਕਰ ਲਓ। ਦੇਖੋ ਨਾ ਕਿੱਦਾਂ ਰੰਗਤ ਫਿੱਕੀ ਪੈ ਗਈ ਹੈ। ਹੁਣ ਦੀ ਵਾਰ ਸ਼ਾਮ ਲਾਲ ਜੀ ਨੇ ਆਪਣੀ ਪਤਨੀ ਦੇ ਵੱਲ ਗੌਰ ਨਾਲ ਦੇਖ ਕੇ ਬੋਲਿਆ, 7 ਬੇਟੀਆਂ ਦਾ ਭਾਰ ਹੈ ਮੇਰੇ ਉੱਪਰ। ਜੇ ਮੈਂ ਘਰ ਬੈਠ ਗਿਆ ਤਾਂ ਭੁੱਖੇ ਰਹਿਣ ਦੀ ਨੌਬਤ ਆ ਜਾਵੇਗੀ। ਐਨੀ ਦੇਰ ਨੂੰ ਨੀਲਮ ਪਾਣੀ ਦਾ ਸ਼ਰਬਤ ਬਣਾ ਕੇ ਲੈ ਆਈ ਸੀ। ਸ਼ਾਮ ਲਾਲ ਜੀ ਨੇ ਸ਼ਰਬਤ ਪੀਤਾ ਤੇ ਉੱਥੇ ਹੀ ਮੰਜੇ 'ਤੇ ਲੇਟ ਗਏ। ਬੇਟੀ ਨੇ ਸਟੈਂਡ ਫੈਨ ਵੀ ਲਗਾ ਦਿੱਤਾ ਸੀ। ਉਸ ਦੀ ਪਤਨੀ ਬੋਲੀ, ਰੱਬ ਨੇ ਦਿੱਤੀਆਂ ਹਨ ਤਾਂ ਰੱਬ ਇਹਨਾਂ ਦੇ ਨਸੀਬ ਵੀ ਚੰਗੇ ਹੀ ਖੋਲ੍ਹੇਗਾ। ਮੇਰਾ ਤਾਂ ਆਪਣੇ ਰੱਬ 'ਤੇ ਬਹੁਤ ਯਕੀਨ ਹੈ। ਤੁਸੀਂ ਫਿਕਰ ਕਿਉਂ ਕਰਦੇ ਹੋ ਜੀ? ਆਰਾਮ ਨਾਲ ਸੌਂ ਜਾਓ। ਸ਼ਾਮ ਲਾਲ ਜੀ ਨੂੰ ਅੱਜ ਤੱਕ ਆਪਣੀ ਪਤਨੀ ਦੀ ਗੱਲ ਸਮਝ ਨਹੀਂ ਆਈ ਸੀ ਕਿ ਹਰ ਸਮੇਂ ਕਹਿੰਦੀ ਹੈ ਕਿ ਰੱਬ ਨੇ ਦਿੱਤੀਆਂ ਹਨ ਅਤੇ ਰੱਬ ਇਹਨਾਂ ਦਾ ਨਸੀਬ ਵੀ ਚੰਗਾ ਕਰੇਗਾ। ਸ਼ਾਮ ਲਾਲ ਦੇ ਵਾਲ ਉਮਰ ਤੋਂ ਪਹਿਲਾਂ ਹੀ ਚਿੱਟੇ ਹੋ ਗਏ ਸੀ, ਪਰ ਫਿਕਰਾਂ ਸੀ ਕਿ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਸੀ। ਕੁਝ ਦਿਨ ਪਹਿਲਾਂ ਹੀ ਇਸ ਦੇ ਨਾਲ ਕੰਮ ਕਰਨ ਵਾਲੇ ਮਜ਼ਦੂਰ ਨੇ ਇਸ ਦੀ ਬੇਟੀ ਦੇ ਰਿਸ਼ਤੇ ਦੀ ਗੱਲ ਕੀਤੀ ਸੀ, ਪਰ ਸ਼ਾਮ ਲਾਲ ਜੀ ਨੇ ਅਜੇ ਤੱਕ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਸੀ। ਚਾਹੁੰਦਾ ਸੀ ਕਿ ਕੋਈ ਚੰਗਾ ਰਿਸ਼ਤਾ ਆ ਜਾਵੇ, ਕਿਉਂਕਿ ਇਸ ਤਰ੍ਹਾਂ ਤਾਂ ਬੇਟੀ ਮਜ਼ਦੂਰ ਦੇ ਘਰੋਂ ਨਿਕਲ ਕੇ ਮਜ਼ਦੂਰ ਦੇ ਘਰ ਹੀ ਚਲੀ ਜਾਵੇਗੀ। ਪਰ ਵੱਡੀ ਬੇਟੀ 24 ਸਾਲ ਤੋਂ ਵੀ ਟੱਪ ਰਹੀ ਸੀ। ਇਸ ਕਰਕੇ ਅੱਖਾਂ ਬੰਦ ਕਰਕੇ ਆਪਣੀ ਪਤਨੀ ਤੋਂ ਸਲਾਹ ਲੈਣ ਲੱਗ ਪਿਆ। ਕਹਿਣ ਲੱਗਾ, ਰਾਜੇਸ਼ ਨੇ ਆਪਣੇ ਬੇਟੇ ਦੇ ਲਈ ਨੀਲਮ ਦਾ ਰਿਸ਼ਤਾ ਮੰਗਿਆ ਹੈ। ਲੜਕਾ ਤਾਂ ਮੈਂ ਦੇਖਿਆ ਹੈ, ਸ਼ਰੀਫ ਹੈ, ਪਰ ਗੱਲ ਸਿਰਫ ਉਹੀ ਕਿ 2 ਵਕਤ ਦੀ ਰੋਟੀ ਹੀ ਇੱਜ਼ਤ ਨਾਲ ਦੇਵੇਗਾ। ਪਤਨੀ ਨੇ ਕਿਹਾ, ਬੁਲਾ ਲਓ ਹੁਣ ਉਹਨਾਂ ਨੂੰ, ਬੱਚੀ ਨੂੰ ਵਿਆਹੁਣਾ ਵੀ ਤਾਂ ਹੈ। ਸ਼ਾਮ ਲਾਲ ਨੇ ਹਾਮੀ ਭਰਦੇ ਹੋਏ ਇਸ ਗੱਲ ਵਿੱਚ ਸਿਰ ਹਿਲਾ ਦਿੱਤਾ। ਕੁਝ ਦਿਨਾਂ ਬਾਅਦ ਹੀ ਰਾਜੇਸ਼ ਅਤੇ ਉਸਦੀ ਪਤਨੀ ਨੀਲਮ ਨੂੰ ਦੇਖਣ ਘਰ ਆ ਗਏ। ਨੀਲਮ ਉਹਨਾਂ ਨੂੰ ਪਸੰਦ ਵੀ ਆ ਗਈ ਸੀ। ਖੂਬਸੂਰਤ, ਸਲੀਕੇਦਾਰ, ਘਰ ਦੇ ਹਰ ਕੰਮ ਵਿੱਚ ਮਾਹਰ। ਬੈਠੇ ਬੈਠੇ ਰਿਸ਼ਤਾ ਵੀ ਤੈਅ ਹੋ ਗਿਆ ਸੀ। ਕੁਝ ਮਹੀਨਿਆਂ ਬਾਅਦ ਵਿਆਹ ਦਾ ਵੀ ਰਾਜੇਸ਼ ਨੇ ਕਹਿ ਦਿੱਤਾ ਸੀ। ਇਸ ਗੱਲ 'ਤੇ ਸ਼ਾਮ ਲਾਲ ਨੇ ਆਪਣੀ ਪਤਨੀ ਦੇ ਵੱਲ ਦੇਖਿਆ ਅਤੇ ਰਾਜੇਸ਼ ਨੂੰ ਕਿਹਾ, ਦੇਖ ਭਰਾ, ਮੈਂ ਆਪਣੀ ਬੱਚੀ ਨੂੰ ਢੇਰ ਸਾਰਾ ਦਾਜ ਤਾਂ ਨਹੀਂ ਦੇ ਸਕਦਾ, ਹਾਂ, ਪਰ 20 ਸਾਲ ਦੀ ਜਮ੍ਹਾਂ ਪੂੰਜੀ ਪਈ ਹੈ। ਜੋ ਇਸ ਦੇ ਨਸੀਬ ਦਾ ਹੋਵੇਗਾ ਉਹ ਸਭ ਦਵਾਂਗਾ। ਰਾਜੇਸ਼ ਖੁਦ ਵੀ ਇੱਕ ਮਜ਼ਦੂਰ ਸੀ, ਇਸ ਕਰਕੇ ਕੁਝ ਨਹੀਂ ਬੋਲਿਆ। ਉਸ ਦੀ ਮਜਬੂਰੀ ਨੂੰ ਸਮਝਦਾ ਸੀ, ਪਰ ਪਤਨੀ ਨਖਰੇਬਾਜ਼ ਸੀ। ਕਹਿਣ ਲੱਗੀ, ਰਾਜੇਸ਼ ਜੀ, ਇੱਕ ਹੀ ਤਾਂ ਬੇਟਾ ਹੈ ਮੇਰਾ। ਮੈਂ ਤਾਂ ਸਾਰੇ ਚਾਅ ਇਸ ਦੇ ਵਿਆਹ 'ਤੇ ਪੂਰੇ ਕਰਨੇ ਹਨ। ਬਰਾਦਰੀ ਮੇਰੀ ਜ਼ਿਆਦਾ ਲੰਬੀ ਚੌੜੀ ਤਾਂ ਨਹੀਂ ਹੈ, ਪਰ ਜ਼ਾਹਰ ਹੈ ਕਿ ਬੇਟੇ ਦੀ ਬਰਾਤ ਵਿੱਚ 100 ਬੰਦਾ ਤਾਂ ਲਿਆਵਾਂਗੀ ਅਤੇ ਖਾਣੇ ਦੀ ਹੀ ਇੱਜ਼ਤ ਹੁੰਦੀ ਹੈ। ਬਸ ਮੇਰੇ ਬਰਾਤੀਆਂ ਦੀ ਸੇਵਾ ਕਰ ਦੇਣਾ। ਬਾਕੀ ਤੇਰੀ ਬੇਟੀ ਹੈ, ਜੋ ਤੂੰ ਦੇਵੇਂਗਾ ਆਪਣੇ ਕਮਰੇ ਅਤੇ ਘਰ ਵਿੱਚ ਸਜਾ ਲਵੇਗੀ। ਸਿੱਧਾ ਜਿਹਾ ਮਤਲਬ ਸੀ ਕਿ ਜੋ ਦਾਜ ਦਿਓਗੇ ਬੇਟੀ ਇਸਤੇਮਾਲ ਕਰ ਲਵੇਗੀ। ਸ਼ਾਮ ਲਾਲ ਦੀ 20 ਸਾਲਾਂ ਦੀ ਮਿਹਨਤ ਮਜ਼ਦੂਰੀ ਦੀ ਐਨੀ ਹੀ ਜਮ੍ਹਾਂ ਪੂੰਜੀ ਹੋਈ ਸੀ ਕਿ ਇੱਕ ਹੀ ਬੇਟੀ ਨੂੰ ਇੱਜ਼ਤ ਨਾਲ ਵਿਆਹ ਸਕਦਾ ਸੀ। ਇਸ ਕਰਕੇ ਹਾਮੀ ਭਰ ਦਿੱਤੀ, ਪਰ ਪਤਨੀ ਬਹੁਤ ਖਾਮੋਸ਼ ਹੋ ਗਈ ਸੀ। ਜਿੱਦਾਂ ਹੀ ਲੜਕੇ ਵਾਲੇ ਘਰੋਂ ਗਏ ਤਾਂ ਸ਼ਾਮ ਲਾਲ ਜੀ ਦੀ ਪਤਨੀ ਕਹਿਣ ਲੱਗੀ, ਪਤਾ ਨਹੀਂ ਕਿਉਂ ਮੈਨੂੰ ਤਾਂ ਇਹ ਲੋਕ ਲਾਲਚੀ ਜਿਹੇ ਲੱਗਦੇ ਨੇ। ਇਹਨਾਂ ਦਾ ਬੇਟਾ ਕਿਹੜਾ ਸਰਕਾਰੀ ਨੌਕਰੀ 'ਤੇ ਹੈ, ਮਜ਼ਦੂਰ ਹੀ ਤਾਂ ਹੈ। ਕੀ ਸੀ ਜੇ ਕਹਿ ਦਿੰਦੇ ਕਿ ਬਿਨਾਂ ਦਾਜ ਤੋਂ ਹੀ ਬੇਟੀ ਸਾਨੂੰ ਦੇ ਦਿਓ। ਪਤਨੀ ਦੀ ਗੱਲ ਸੁਣ ਕੇ ਸ਼ਾਮ ਲਾਲ ਹਲਕਾ ਜਿਹਾ ਮੁਸਕਰਾਇਆ ਤੇ ਕਹਿਣ ਲੱਗਾ,
ਗਰੀਬ ਹੋਵੇ ਜਾਂ ਅਮੀਰ, ਬਿਨਾਂ ਦਾਜ ਤੋਂ ਬੇਟੀ ਘਰੋਂ ਵਿਦਾ ਨਹੀਂ ਹੁੰਦੀ। ਖੈਰ ਤੂੰ ਇੱਕ ਨੂੰ ਤਾਂ ਵਿਆਹੁਣ ਦੀ ਤਿਆਰੀ ਕਰ, ਬਾਕੀ ਦੀ ਬਾਅਦ ਵਿੱਚ ਦੇਖੀ ਜਾਊਗੀ। ਸ਼ਾਮ ਲਾਲ ਨੂੰ ਇਹ ਸੀ ਕਿ ਚਲੋ ਇੱਕ ਬੇਟੀ ਤਾਂ ਆਪਣੇ ਘਰ ਦੀ ਹੋਵੇਗੀ, ਪਰ ਪਤਨੀ ਕੁਝ ਚਿੰਤਤ ਜਿਹੀ ਲੱਗ ਰਹੀ ਸੀ। ਅਜੇ ਇਹ ਗੱਲ ਕੁਝ ਪੁਰਾਣੀ ਵੀ ਨਹੀਂ ਹੋਈ ਸੀ ਕਿ ਵੱਡੀ ਤੋਂ ਛੋਟੀ ਬੇਟੀ ਮੰਜੂ ਦੇ ਲਈ ਵੀ ਮੋਚੀ ਦੇ ਬੇਟੇ ਦਾ ਰਿਸ਼ਤਾ ਆ ਗਿਆ। ਘਰ ਉਹ ਵੀ ਠੀਕ ਠਾਕ ਹੀ ਸੀ, ਪਰ ਲੜਕੇ ਦਾ ਕੰਮ ਚੰਗਾ ਸੀ। ਲੜਕੇ ਦੀ ਮਾਂ ਖੁਦ ਆਈ ਸੀ ਤੇ ਕਹਿਣ ਲੱਗੀ ਕਿ ਮੇਰਾ ਬੇਟਾ ਰੋਜ਼ ਦੇ 1500 ਰੁਪਏ ਕਮਾਉਂਦਾ ਹੈ। ਬੇਸ਼ੱਕ ਬੇਟਾ ਮੋਚੀ ਹੈ, ਪਰ ਕਮਾਈ ਚੰਗੀ ਹੈ। ਪਰ ਜਦੋਂ ਸ਼ਾਮ ਲਾਲ ਦੀ ਪਤਨੀ ਨੇ ਕਿਹਾ ਕਿ ਅਸੀਂ 2 ਬੇਟੀਆਂ ਨੂੰ ਇੰਨਾ ਦਾਜ ਨਹੀਂ ਦੇ ਸਕਦੇ, ਤਾਂ ਉਸ ਦਾ ਮੂੰਹ ਬਣ ਗਿਆ ਸੀ। ਕਹਿਣ ਲੱਗੀ, ਦੇਖ ਲਓ, ਵਿਆਹ ਤਾਂ ਇੱਕ ਹੀ ਵਾਰ ਹੁੰਦਾ ਹੈ, ਮਾਵਾਂ ਦੇ ਵੀ ਕੁਝ ਅਰਮਾਨ ਹੁੰਦੇ ਹਨ। ਖੈਰ ਤੇਰੀ ਮਰਜ਼ੀ ਹੈ, ਪਰ ਇੱਕ ਗੱਲ ਹੈ, ਤੇਰੀ ਬੱਚੀ ਸਾਡੇ ਘਰ ਖੁਸ਼ ਰਹੇਗੀ। ਅਸੀਂ ਤਾਂ ਇਸ ਨੂੰ ਹੱਥ ਦਾ ਛੱਲਾ ਬਣਾ ਕੇ ਰੱਖਾਂਗੇ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ। ਇੰਨਾ ਸੁਣਦੇ ਹੀ ਸ਼ਾਮ ਲਾਲ ਦੀ ਪਤਨੀ ਸੋਚ ਵਿੱਚ ਪੈ ਗਈ ਕਿ ਇਹ ਰਿਸ਼ਤਾ ਹੱਥੋਂ ਨਿਕਲ ਗਿਆ ਤਾਂ ਸ਼ਾਇਦ ਉਹ ਸਾਰੀ ਜ਼ਿੰਦਗੀ ਪਛਤਾਉਂਦੀ ਰਹਿੰਦੀ, ਪਰ ਇੱਥੇ ਵੀ ਦਾਜ ਹੀ ਦੇਣਾ ਸੀ। ਆਖਿਰ ਉਹ ਕੀ ਕਰਦੀ। ਉਸ ਸ਼ਾਮ ਜਦੋਂ ਸ਼ਾਮ ਲਾਲ ਘਰ ਆਇਆ ਤਾਂ ਪਤਨੀ ਨੂੰ ਪਹਿਲੀ ਵਾਰ ਫਿਕਰਮੰਦ ਜਿਹੀ ਦੇਖ ਕੇ ਕਹਿਣ ਲੱਗਾ, ਕੀ ਗੱਲ ਹੈ, ਤੂੰ ਇੰਨੀ ਪਰੇਸ਼ਾਨ ਕਿਉਂ ਲੱਗ ਰਹੀ ਆਂ? ਉਸ ਦੀ ਪਤਨੀ ਗੱਲ ਨੂੰ ਟਾਲ ਗਈ ਅਤੇ ਬੋਲੀ, ਕੁਝ ਨਹੀਂ, ਮੈਂ ਵੀ ਇਹੀ ਸੋਚ ਰਹੀ ਹਾਂ ਕਿ ਤੁਸੀਂ ਜੋ 20 ਸਾਲ ਵਿੱਚ ਕਮਾਇਆ ਉਸ ਦੇ ਨਾਲ ਮੁਸ਼ਕਲ ਨਾਲ ਇੱਕ ਹੀ ਬੇਟੀ ਵਿਆਹੁਣ ਜਾ ਰਹੇ ਹਾਂ। ਕਿ ਐਦਾਂ ਨਹੀਂ ਹੋ ਸਕਦਾ ਕਿ ਅਸੀਂ ਥੋੜ੍ਹਾ ਥੋੜ੍ਹਾ ਦਾਜ ਦੋਨਾਂ ਬੇਟੀਆਂ ਨੂੰ ਦੇ ਦਈਏ? ਇਹ ਤਾਂ ਮਾਂ-ਬਾਪ ਦੇ ਵੱਲੋਂ ਬੇਟੀਆਂ ਨੂੰ ਇੱਕ ਤੋਹਫ਼ਾ ਹੀ ਹੁੰਦਾ ਹੈ, ਅਤੇ ਸਾਡੀਆਂ ਬੇਟੀਆਂ ਵੀ ਬਹੁਤ ਚੰਗੀ ਸੋਚ ਵਾਲੀਆਂ ਹਨ। ਅਸੀਂ ਇਹਨਾਂ ਨੂੰ ਜੋ ਵੀ ਦੇਵਾਂਗੇ ਉਹ ਖੁਸ਼ੀ-ਖੁਸ਼ੀ ਕਬੂਲ ਕਰ ਲੈਣਗੀਆਂ। ਸ਼ਾਮ ਲਾਲ ਨੇ ਜਦੋਂ ਇਹ ਸੁਣਿਆ ਤਾਂ ਆਪਣੀ ਪਤਨੀ ਦੇ ਵੱਲ ਦੇਖ ਕੇ ਕਹਿਣ ਲੱਗਾ, ਗੱਲ ਜੇ ਬੇਟੀਆਂ ਦੀ ਹੁੰਦੀ ਤਾਂ ਸਾਡੀਆਂ ਬੇਟੀਆਂ ਸਾਡੇ ਕੋਲੋਂ ਇੱਕ ਆਨਾ ਵੀ ਨਾ ਲੈ ਕੇ ਜਾਂਦੀਆਂ, ਪਰ ਇੱਥੇ ਬੇਟੀਆਂ ਨੂੰ ਨਹੀਂ, ਸਹੁਰਾ ਪਰਿਵਾਰ ਵਾਲਿਆਂ ਨੂੰ ਖੁਸ਼ ਰੱਖਣਾ ਪੈਂਦਾ ਹੈ। ਉਦੋਂ ਹੀ ਲੱਗੇ ਹੱਥ ਸ਼ਾਮ ਲਾਲ ਦੀ ਪਤਨੀ ਨੇ ਉਸ ਨੂੰ ਮੋਚੀ ਦੇ ਬੇਟੇ ਦੇ ਰਿਸ਼ਤੇ ਬਾਰੇ ਦੱਸਿਆ, ਪਰ ਸ਼ਾਮ ਲਾਲ ਨੇ ਸੋਚ ਵਿਚਾਰ ਕਰਕੇ ਮਨਾ ਕਰ ਦਿੱਤਾ। ਕਹਿਣ ਲੱਗਾ, ਉਹਨਾਂ ਨੂੰ ਕਹੋ ਕਿ ਕੁਝ ਸਾਲ ਇੰਤਜ਼ਾਰ ਕਰੋ, ਮੈਂ ਇਕੱਠਾ 2 ਬੇਟੀਆਂ ਦਾ ਦਾਜ ਨਹੀਂ ਦੇ ਸਕਦਾ। ਪਰ ਫਿਰ ਸ਼ਾਮ ਲਾਲ ਦੀ ਪਤਨੀ ਕਹਿਣ ਲੱਗੀ ਕਿ ਐਦਾਂ ਦੇ ਚੰਗੇ ਲੜਕੇ ਵਾਰ-ਵਾਰ ਨਹੀਂ ਮਿਲਦੇ, ਤੁਸੀਂ ਕਿਤਿਓਂ ਕੋਈ ਕਰਜ਼ ਲੈ ਲਿਓ, ਉਧਾਰ ਚੱਕ ਲਓ, ਰੱਬ ਤੇ ਭਰੋਸਾ ਰੱਖੋ, ਸਾਨੂੰ ਕਦੀ ਸ਼ਰਮਿੰਦਾ ਨਹੀਂ ਹੋਣ ਦੇਵੇਗਾ। ਸ਼ਾਮ ਲਾਲ ਸੋਚ ਵਿੱਚ ਪੈ ਗਿਆ ਸੀ। ਉਸ ਦੀ ਸਿਹਤ ਦਿਨ ਪਰ ਦਿਨ ਘਟਦੀ ਜਾ ਰਹੀ ਸੀ, ਪਰ ਇਸ ਦੇ ਬਾਵਜੂਦ ਉਹ ਆਪਣੀਆਂ ਬੇਟੀਆਂ ਦੇ ਲਈ ਦਿਨ ਰਾਤ ਮਿਹਨਤ ਕਰਦਾ ਰਿਹਾ। ਉਹ ਬੁੱਢਾ ਹੋ ਚੁੱਕਿਆ ਸੀ, ਪਰ ਫਿਰ ਵੀ ਟਰੱਕ ਤੋਂ ਬੋਰੀਆਂ ਚੁੱਕਣ ਤੋਂ ਬਾਅਦ ਮਿਸਤਰੀ ਨਾਲ ਵੀ ਕੰਮ ਕਰਾਉਂਦਾ ਸੀ। ਉਹ ਜਾਣਦਾ ਸੀ ਕਿ ਅਗਲੇ 10 ਸਾਲਾਂ ਤੱਕ ਵੀ ਪੈਸੇ ਇਕੱਠੇ ਕਰਦਾ ਰਿਹਾ ਤਾਂ ਵੀ ਉਹ ਦੂਸਰੀ ਬੇਟੀ ਦਾ ਦਾਜ ਨਹੀਂ ਬਣਾ ਪਾਏਗਾ। ਉਸ ਦੀ ਪਤਨੀ ਨੇ ਦੂਸਰੇ ਘਰ ਵਿੱਚ ਵੀ ਰਿਸ਼ਤੇ ਦੇ ਲਈ ਹਾਂ ਕਰ ਦਿੱਤੀ। ਐਦਾਂ ਦੋਨੋਂ ਬੇਟੀਆਂ ਦੇ ਰਿਸ਼ਤੇ ਦੇ ਲਈ ਹਾਂ ਹੋ ਚੁੱਕੀ ਸੀ। ਇਸ ਕਰਕੇ ਉਹਨਾਂ ਨੇ ਸੋਚਿਆ ਦੋਨੋਂ ਬੇਟੀਆਂ ਦਾ ਵਿਆਹ ਇੱਕ ਹੀ ਦਿਨ ਕਰ ਦਿੰਦੇ ਹਾਂ। ਇਸ ਤਰ੍ਹਾਂ ਮਹਿਮਾਨਾਂ ਦਾ ਖਰਚਾ ਵੀ ਇੱਕ ਹੋ ਜਾਵੇਗਾ ਤੇ ਕੁਝ ਬੱਚਤ ਵੀ ਹੋ ਜਾਵੇਗੀ। ਸ਼ਾਮ ਲਾਲ ਨੇ ਕਿਸੇ ਪਾਸਿਓਂ ਕੁਝ ਪੈਸੇ ਉਧਾਰ ਫੜੇ ਤੇ ਲਿਆ ਕੇ ਪਤਨੀ ਦੇ ਹੱਥ ਤੇ ਰੱਖ ਦਿੱਤੇ। ਇਸ ਤੋਂ ਇਲਾਵਾ ਇਸ ਦੇ ਕੋਲ ਜਿੰਨੀ ਵੀ 20 ਸਾਲਾਂ ਦੀ ਜਮ੍ਹਾਂ ਪੂੰਜੀ ਸੀ ਉਹ ਵੀ ਲਿਆ ਕੇ ਪਤਨੀ ਦੇ ਹੱਥ 'ਚ ਰੱਖ ਦਿੱਤੀ ਅਤੇ ਬੋਲਿਆ, ਇਹਨਾਂ ਪੈਸਿਆਂ ਨੂੰ ਸੰਭਾਲ ਕੇ ਰੱਖਣਾ, ਇਸ ਨਾਲ ਮੈਂ ਥੋੜ੍ਹਾ ਬਹੁਤਾ ਦਾਜ ਦੋਨਾਂ ਬੇਟੀਆਂ ਨੂੰ ਦੇ ਦੇਵਾਂਗਾ। ਸ਼ਾਮ ਲਾਲ ਦੀ ਪਤਨੀ ਉਸ ਦੀ ਗੱਲ ਮੰਨ ਗਈ। ਇੱਕ ਦਿਨ ਉਹ ਪੂਜਾ ਪਾਠ ਕਰ ਰਹੀ ਸੀ ਕਿ ਜਦੋਂ ਗਲੀ ਵਿੱਚੋਂ ਇੱਕ ਫਕੀਰ ਦੀ ਆਵਾਜ਼ ਆਈ। ਲੋਕਾਂ ਕੋਲੋਂ ਪੈਸੇ ਮੰਗ ਰਿਹਾ ਸੀ। ਕੁਝ ਹੀ ਦੇਰ ਬਾਅਦ ਉਹ ਦੁਆ ਦੇ ਕੇ ਕਹਿਣ ਲੱਗਾ, ਰੱਬ ਤੁਹਾਡਾ ਭਲਾ ਕਰੇ, ਤੁਸੀਂ ਮੈਨੂੰ ਇੱਕ ਦਿਓਗੇ, ਰੱਬ ਤੁਹਾਨੂੰ 7 ਗੁਣਾ ਕਰਕੇ ਦੇਵੇਗਾ, ਤੁਹਾਡੇ ਰਿਜ਼ਕ ਵਿੱਚ ਬਰਕਤ ਦੇਵੇਗਾ। ਮੈਨੂੰ ਖਾਲੀ ਹੱਥ ਨਾ ਭੇਜੋ, ਰੱਬ ਤੁਹਾਨੂੰ ਇੱਕ ਨੇਕੀ ਦੇ ਬਦਲੇ 70 ਗੁਣਾ ਦੇ ਦੇਵੇਗਾ। ਸ਼ਾਮ ਲਾਲ ਦੀ ਪਤਨੀ ਨੇ ਜਦੋਂ ਇਹ ਸੁਣਿਆ ਤਾਂ ਸੋਚ ਵਿੱਚ ਪੈ ਗਈ। ਰੱਬ 'ਤੇ ਤਾਂ ਉਸ ਦਾ ਪਹਿਲਾਂ ਹੀ ਬਹੁਤ ਭਰੋਸਾ ਸੀ ਅਤੇ ਉਹ ਇਹ ਵੀ ਜਾਣਦੀ ਸੀ ਕਿ ਰੱਬ ਹਰ ਨੇਕੀ ਦੇ ਬਦਲੇ 2 ਗੁਣਾ ਕਰਕੇ ਵਾਪਸ ਦਿੰਦਾ ਹੈ। ਉਹ ਖੁਸ਼ ਹੋ ਗਈ ਅਤੇ ਕੁਝ ਸੋਚ ਕੇ ਪਤੀ ਵੱਲੋਂ ਦਿੱਤੀ ਸਾਰੀ ਰਕਮ ਲੈ ਕੇ ਫਕੀਰ ਦੇ ਕੋਲ ਚਲੀ ਗਈ। ਫਕੀਰ ਨੂੰ ਕਹਿਣ ਲੱਗੀ, ਇਹ ਲਓ ਬਾਬਾ ਜੀ, ਇਹ ਮੇਰੇ ਪਤੀ ਦੀ 20 ਸਾਲ ਦੀ ਮਿਹਨਤ ਹੈ। ਮੈਂ ਚਾਹੁੰਦੀ ਹਾਂ ਕਿ ਰੱਬ ਮੈਨੂੰ ਇੰਨਾ ਦੇਵੇ ਕਿ ਮੈਂ ਆਪਣੀਆਂ 7 ਬੇਟੀਆਂ ਦਾ ਵਿਆਹ ਦਾਜ ਪੂਰਾ ਕਰਕੇ ਉਹਨਾਂ ਨੂੰ ਚੰਗੇ ਘਰਾਂ ਵਿੱਚ ਵਿਆਹ ਸਕਾਂ। ਇਹਨਾਂ ਦੇ ਨਸੀਬ ਚੰਗੇ ਹੋਣ, ਇਹਦੇ ਵਿੱਚ ਮੇਰੀ ਕੋਈ ਲਾਲਚ ਨਹੀਂ ਹੈ, ਬਸ ਰੱਬ ਕੋਲੋਂ ਭਲਾ ਮੰਗਦੀ ਹਾਂ। ਫਕੀਰ ਨੇ ਜਦੋਂ ਇਹ ਦੇਖਿਆ ਤਾਂ ਇੱਕ ਨਜ਼ਰ ਸ਼ਾਮ ਲਾਲ ਦੀ ਪਤਨੀ 'ਤੇ ਮਾਰੀ ਅਤੇ ਫਿਰ ਅਸਮਾਨ ਦੇ ਵੱਲ ਹੱਥ ਬੁਲੰਦ ਕਰਕੇ ਕਹਿਣ ਲੱਗਾ, ਰੱਬ ਤੈਨੂੰ ਕਦੀ ਵੀ ਮਾਯੂਸ ਨਹੀਂ ਕਰੇਗਾ, ਤੇਰਾ ਸਿਰ ਹਮੇਸ਼ਾ ਉੱਚਾ ਹੀ ਰਹੇਗਾ। ਉਹ ਇੰਨੀਆਂ ਦੁਆਵਾਂ ਦੇ ਕੇ ਇਸ ਕੋਲੋਂ ਪੈਸੇ ਲੈ ਕੇ ਚਲਾ ਗਿਆ।
ਜਦਕਿ ਸ਼ਾਮ ਲਾਲ ਦੀ ਪਤਨੀ ਖੁਸ਼ ਹੋ ਗਈ ਸੀ ਕਿ ਰੱਬ ਉਸ ਨੂੰ ਇਸ ਦੇ ਬਦਲੇ 7 ਗੁਣਾ ਜ਼ਿਆਦਾ ਪੈਸੇ ਦੇਵੇਗਾ, ਜਿਸ ਨਾਲ ਇਸ ਦੀਆਂ 7 ਬੇਟੀਆਂ ਦਾ ਘਰ ਦਾਜ ਨਾਲ ਭਰ ਜਾਵੇਗਾ। ਉਹ ਬਹੁਤ ਖੁਸ਼ ਸੀ। ਕੁਝ ਹੀ ਦਿਨਾਂ ਬਾਅਦ ਦੋਨਾਂ ਬੇਟੀਆਂ ਦਾ ਵਿਆਹ ਸੀ। ਜ਼ਿਆਦਾਤਰ ਖਰਚ ਤਾਂ ਉਹਨਾਂ ਪੈਸਿਆਂ ਨਾਲ ਹੀ ਅਦਾ ਹੋਣੇ ਸੀ। ਵਿਆਹ ਤੋਂ 2 ਦਿਨ ਪਹਿਲਾਂ ਸ਼ਾਮ ਲਾਲ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਸੁਣਦੀ ਹੋ, ਮੈਨੂੰ ਜਰਾ ਉੱਪਰੋਂ ਕੁਝ ਪੈਸੇ ਤਾਂ ਕੱਢ ਕੇ ਲਿਆ ਦਿਓ। ਸੋਚ ਰਿਹਾ ਹਾਂ ਕਿ ਮਹਿਮਾਨਾਂ ਦੇ ਲਈ ਜੋ ਕੱਪੜੇ ਲਿਆਉਣੇ ਹਨ ਉਹ ਲੈ ਆਵਾਂ। ਜਦੋਂ ਉਸਦੀ ਪਤਨੀ ਨੇ ਇਹ ਸੁਣਿਆ ਤਾਂ ਸੋਚ ਵਿੱਚ ਪੈ ਗਈ। ਉਹ ਆਪਣੀ ਜਗ੍ਹਾ ਤੋਂ ਟਸ ਤੋਂ ਮਸ ਨਾ ਹੋਈ। ਸ਼ਾਮ ਲਾਲ ਕਾਫੀ ਵਾਰ ਆਪਣੀ ਪਤਨੀ ਦੇ ਕੋਲੋਂ ਪੈਸੇ ਮੰਗਦਾ ਰਿਹਾ, ਪਰ ਉਹ ਕੁਝ ਨਾ ਬੋਲੀ। ਆਖਰਕਾਰ ਕਹਿਣ ਲੱਗੀ, ਉਹ ਪੈਸੇ ਤਾਂ ਤੁਹਾਨੂੰ ਹੁਣ ਰੱਬ ਹੀ ਦੇਵੇਗਾ। ਸ਼ਾਮ ਲਾਲ ਹੈਰਾਨ ਸੀ ਕਿ ਇਹ ਤੂੰ ਕਿੱਦਾਂ ਦੀਆਂ ਗੱਲਾਂ ਕਰ ਰਹੀ ਆਂ? ਉਹ ਪੈਸੇ ਮੈਂ ਤੈਨੂੰ ਦਿੱਤੇ ਸੀ। ਉਸਦੀ ਪਤਨੀ ਹੜਬੜਾ ਕੇ ਕਹਿਣ ਲੱਗੀ, ਉਹ ਪੈਸੇ ਤਾਂ ਮੈਂ ਇੱਕ ਫਕੀਰ ਨੂੰ ਦੇ ਦਿੱਤੇ ਹਨ। ਉਹ ਕਹਿ ਰਿਹਾ ਸੀ ਕਿ ਤੂੰ ਰੱਬ ਦੇ ਰਾਹ ਵਿੱਚ ਖਰਚ ਕਰੇਂਗੀ ਤਾਂ ਰੱਬ ਤੈਨੂੰ ਇਸ ਦਾ ਦੁੱਗਣਾ ਕਰਕੇ ਵਾਪਸ ਦੇਵੇਗਾ। ਉਹ ਇਹ ਵੀ ਕਹਿ ਰਿਹਾ ਸੀ ਕਿ ਰੱਬ ਤੇਰੀ ਇਸ ਨੇਕੀ ਦੇ ਬਦਲੇ 7 ਗੁਣਾ ਵਧਾ ਕੇ ਦੇਵੇਗਾ। ਇਸ ਕਰਕੇ ਮੈਂ ਉਹ ਸਾਰੇ ਪੈਸੇ ਉਸ ਨੂੰ ਦੇ ਦਿੱਤੇ ਤਾਂ ਕਿ ਬਦਲੇ ਵਿੱਚ ਰੱਬ ਮੈਨੂੰ 7 ਗੁਣਾ ਜ਼ਿਆਦਾ ਅਦਾ ਕਰੇ, ਜਿਸ ਨਾਲ ਮੇਰੀਆਂ 7 ਬੇਟੀਆਂ ਦਾ ਦਾਜ ਬਣ ਸਕੇ ਅਤੇ ਉਹ ਆਪਣੇ ਘਰਾਂ ਵਿੱਚ ਖੁਸ਼ ਰਹਿ ਸਕਣ। ਸ਼ਾਮ ਲਾਲ ਨੇ ਜਦੋਂ ਇਹ ਸੁਣਿਆ ਤਾਂ ਗਸ਼ ਖਾ ਕੇ ਜ਼ਮੀਨ ਤੇ ਡਿੱਗ ਗਿਆ ਸੀ ਅਤੇ ਬੇਟੀਆਂ ਨੇ ਆ ਕੇ ਬਾਪ ਨੂੰ ਸੰਭਾਲਿਆ। ਸ਼ਾਮ ਲਾਲ ਕਿੰਨੀ ਦੇਰ ਤੱਕ ਜ਼ਮੀਨ ਤੇ ਹੀ ਬੈਠਾ ਰਿਹਾ ਤੇ ਆਪਣੀ ਪਤਨੀ ਦੇ ਵੱਲ ਦੇਖਦਾ ਰਿਹਾ। ਉਹ ਬੁਖਲਾਏ ਹੋਏ ਅੰਦਾਜ਼ ਵਿੱਚ ਬੋਲਿਆ, ਇਹ ਤੂੰ ਕਿੱਦਾਂ ਕਰ ਸਕਦੀ ਆਂ? ਤੇਰਾ ਦਿਮਾਗ ਤਾਂ ਸੈੱਟ ਹੈ। ਮੇਰੀ 20 ਸਾਲ ਦੀ ਕਮਾਈ, ਮੇਰੀ ਜਮ੍ਹਾਂ ਪੂੰਜੀ, ਜਿਸ ਨੂੰ ਕਮਾਉਂਦੇ ਕਮਾਉਂਦੇ ਮੇਰੀ ਕਮਰ ਝੁਕ ਗਈ, ਮੇਰੇ ਪੈਰਾਂ ਦੀਆਂ ਹੱਡੀਆਂ ਘਸ ਗਈਆਂ, ਮੈਂ ਬੁੱਢਾ ਹੋ ਗਿਆ। ਤੂੰ ਮੇਰੀ ਉਹ ਸਾਰੀ ਕਮਾਈ, ਮੇਰੀਆਂ ਬੱਚੀਆਂ ਦਾ ਹੱਕ ਚੱਕ ਕੇ ਉਸ ਫਕੀਰ ਨੂੰ ਦੇ ਦਿੱਤਾ। ਪਤੀ ਦੀ ਹਾਲਤ ਦੇਖ ਕੇ ਉਸਦੇ ਵੀ ਰੌਂਗਟੇ ਖੜੇ ਹੋ ਗਏ ਸੀ, ਪਰ ਉਹ ਆਪਣੀ ਗੱਲ ਤੇ ਅਟਲ ਰਹੀ ਕਿ ਰੱਬ ਸਾਨੂੰ ਇਸ ਦਾ ਦੁੱਗਣਾ ਦੇਵੇਗਾ। ਸ਼ਾਮ ਲਾਲ ਉੱਠਿਆ ਤੇ ਉਸ ਜਗ੍ਹਾ ਦੇਖਣ ਲੱਗ ਪਿਆ ਜਿੱਥੇ ਉਸਨੇ ਪੈਸੇ ਰੱਖੇ ਸੀ, ਪਰ ਉੱਥੇ ਤਾਂ ਸਿਰਫ ਉਧਾਰ ਚੱਕ ਕੇ ਲਿਆਂਦੇ ਪੈਸਿਆਂ ਤੋਂ ਇਲਾਵਾ ਕੁਝ ਵੀ ਨਹੀਂ ਸੀ। ਸ਼ਾਮ ਲਾਲ ਨੇ ਸਾਰੀ ਜ਼ਿੰਦਗੀ ਆਪਣੀ ਪਤਨੀ ਨੂੰ ਕਦੀ ਝਿੜਕਿਆ ਨਹੀਂ ਸੀ, ਕਦੀ ਗੁੱਸੇ ਨਾਲ ਗੱਲ ਤੱਕ ਨਹੀਂ ਕੀਤੀ ਸੀ, ਪਰ ਅੱਜ ਜੋ ਉਸਨੇ ਕੀਤਾ ਸੀ ਉਸ ਨੂੰ ਦੇਖ ਸ਼ਾਮ ਲਾਲ ਗੁੱਸੇ ਨਾਲ ਅੰਗਾਰਾ ਬਣ ਗਿਆ ਸੀ। ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਨਿਕਲਣ ਲੱਗ ਪਏ। ਜਦੋਂ ਬਰਦਾਸ਼ਤ ਨਾ ਹੋਇਆ ਤਾਂ ਆਪਣੀ ਪਤਨੀ ਦੇ ਵੱਲ ਵਧਿਆ ਤੇ ਉਸ ਨੂੰ ਮਾਰਨ ਕੁੱਟਣ ਲੱਗ ਪਿਆ। ਉਹ ਰੋ ਵੀ ਰਿਹਾ ਸੀ ਤੇ ਪਤਨੀ ਨੂੰ ਗੁੱਸੇ ਨਾਲ ਮਾਰ ਵੀ ਰਿਹਾ ਸੀ। ਉਹ ਚੀਕ ਚੀਕ ਕੇ ਕਦੀ ਆਪਣੇ ਵਾਲ ਪੁੱਟਣ ਲੱਗ ਪੈਂਦਾ, ਕਦੀ ਆਪਣੀ ਪਤਨੀ ਨੂੰ ਕੁੱਟਣ ਲੱਗ ਪੈਂਦਾ। ਉਸ ਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਸੀ ਕਿ ਕੀ ਕਰੇ। 7 ਬੇਟੀਆਂ ਕਦੀ ਮਾਂ ਨੂੰ ਬਚਾਉਂਦੀਆਂ ਤਾਂ ਕਦੀ ਬਾਪ ਨੂੰ ਪਿੱਛੇ ਕਰਦੀਆਂ। ਸ਼ਾਮ ਲਾਲ ਨੇ ਆਪਣੀ ਪਤਨੀ ਨੂੰ ਇੰਨਾ ਮਾਰਿਆ ਕਿ ਵਿਚਾਰੀ ਦੀ ਬਾਂਹ ਦੀ ਹੱਡੀ ਟੁੱਟ ਗਈ। ਉਸ ਦੀ ਪਤਨੀ ਉਸ ਨੂੰ ਕਹਿੰਦੀ ਰਹੀ ਕਿ ਤੁਸੀਂ ਰੱਬ ਤੇ ਭਰੋਸਾ ਰੱਖੋ, ਮੈਂ ਸਾਰਾ ਕੁਝ ਰੱਬ ਤੇ ਛੱਡ ਦਿੱਤਾ ਹੈ। ਆਖਿਰ 3 ਬੇਟੀਆਂ ਮਾਂ ਨੂੰ ਦੂਸਰੇ ਕਮਰੇ ਵਿੱਚ ਲੈ ਗਈਆਂ ਤੇ ਬਾਕੀ ਦੀਆਂ 4 ਬਾਪ ਨੂੰ ਸੰਭਾਲਣ ਲੱਗ ਪਈਆਂ। ਉਸ ਸਮੇਂ ਸਾਰੇ ਰੋ ਰਹੇ ਸੀ। ਸ਼ਾਮ ਲਾਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੈਂ ਖੁਦਕੁਸ਼ੀ ਕਰ ਲਵਾਂਗਾ। ਮੇਰੇ ਹੱਥ ਵਿੱਚ ਦੇਣ ਦੇ ਲਈ ਦਾਜ ਹੀ ਨਹੀਂ ਹੈ। ਵਿਆਹ ਵਿੱਚ ਸਿਰਫ 1 ਹੀ ਦਿਨ ਬਾਕੀ ਸੀ। ਕੱਲ੍ਹ ਦੋਨੋਂ ਬੱਚਿਆਂ ਦੀ ਬਰਾਤ ਸੀ, ਪਰ ਹੱਥ ਵਿੱਚ ਪੈਸਾ ਹੀ ਨਹੀਂ ਸੀ ਕਿ ਜੋ ਦਾਜ ਲਿਆਇਆ ਜਾਂਦਾ। ਘਰ ਲਿਆਂਦੇ ਪੈਸਿਆਂ ਨਾਲ ਬੇਟੀਆਂ ਦੇ ਲਈ ਕੱਪੜੇ ਖਰੀਦ ਕੇ ਲਿਆਇਆ ਅਤੇ ਕਹਿਣ ਲੱਗਾ, ਮੈਨੂੰ ਨਹੀਂ ਲੱਗਦਾ ਇਹ ਤੁਹਾਨੂੰ ਪਾਉਣਾ ਨਸੀਬ ਹੋਵੇਗਾ। ਉਹ ਬਿਲਕੁਲ ਹੀ ਉਦਾਸ ਹੋ ਚੁੱਕਿਆ ਸੀ, ਜਦਕਿ ਉਸ ਦੀ ਬਾਂਹ ਤੇ ਪੱਟੀ ਬੰਨੀ ਹੋਈ ਬੈਠੀ ਸੀ। ਉਹ ਕਹਿਣ ਲੱਗੀ, ਤੁਸੀਂ ਰੱਬ ਤੇ ਭਰੋਸਾ ਰੱਖੋ, ਉਹ ਕਦੀ ਸਾਨੂੰ ਨਾਉਮੀਦ ਨਹੀਂ ਕਰੇਗਾ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਸਾਡਾ ਸਿਰ ਝੁਕਣ ਨਹੀਂ ਦੇਵੇਗਾ। ਸ਼ਾਮ ਲਾਲ ਨੇ ਆਪਣੀ ਪਤਨੀ ਦੇ ਨਾਲ ਦੁਬਾਰਾ ਗੱਲ ਨਹੀਂ ਕੀਤੀ ਸੀ। ਅਗਲਾ ਦਿਨ ਚੜ੍ਹਿਆ ਤੇ ਅੱਜ ਬੇਟੀਆਂ ਦੀ ਬਰਾਤ ਆਉਣੀ ਸੀ। ਸ਼ਾਮ ਲਾਲ ਇਸ ਕਦਰ ਬੁਜ਼ਦਿਲ ਹੋ ਚੁੱਕਿਆ ਸੀ ਕਿ ਸਵੇਰੇ ਹੀ ਘਰੋਂ ਚਲਾ ਗਿਆ। ਬੇਟੀਆਂ ਰੋਕਣ ਲੱਗੀਆਂ ਤਾਂ ਕਹਿਣ ਲੱਗਾ, ਮੈਂ ਇਹ ਜਿੱਲਤ ਬਰਦਾਸ਼ਤ ਨਹੀਂ ਕਰ ਸਕਦਾ। ਜੇ ਮੈਂ ਇੱਥੇ ਰੁਕ ਕੇ ਉਹ ਤਮਾਸ਼ਾ ਦੇਖਿਆ ਤਾਂ ਮੈਂ ਮਰ ਜਾਵਾਂਗਾ। ਇੰਨਾ ਕਹਿ ਕੇ ਉਹ ਘਰੋਂ ਚਲਾ ਗਿਆ, ਜਦਕਿ ਬੇਟੀਆਂ ਰੋਂਦੀਆਂ ਹੋਈਆਂ ਮਾਂ ਨੂੰ ਲਿਪਟ ਗਈਆਂ। ਦੋਨੋਂ ਬੱਚੀਆਂ ਦੁਲਹਨ ਬਣ ਕੇ ਤਿਆਰ ਸੀ। ਪਹਿਲਾਂ ਨੀਲਮ ਦੀ ਬਰਾਤ ਆਈ ਤੇ ਫਿਰ ਮੰਜੂ ਦੇ ਸਹੁਰੇ ਪਰਿਵਾਰ ਵਾਲੇ ਆ ਪਹੁੰਚੇ। ਖਾਣਾ ਤਾਂ ਮਹਿਮਾਨਾਂ ਦੇ ਲਈ ਤਿਆਰ ਹੀ ਨਹੀਂ ਸੀ। ਸ਼ਾਮ ਲਾਲ ਦੀ ਪਤਨੀ ਬੁਖਲਾਈ ਹੋਈ ਸੀ ਕਿ ਮਹਿਮਾਨਾਂ ਨੂੰ ਕੀ ਜਵਾਬ ਦਿੰਦੀ। ਉਹ ਰੱਬ ਨੂੰ ਮਨ ਹੀ ਮਨ ਯਾਦ ਕਰ ਰਹੀ ਸੀ ਕਿ ਹੇ ਪ੍ਰਮਾਤਮਾ, ਮੇਰੀ ਲਾਜ ਰੱਖ ਲਾ। ਉਦੋਂ ਹੀ ਦੋਨਾਂ ਦੇ ਸਹੁਰਾ ਪਰਿਵਾਰ ਵਾਲੇ ਆਏ ਤੇ ਬੋਲੇ, ਭੈਣ ਜੀ, ਕੁਝ ਵੀ ਇੰਤਜ਼ਾਮ ਕਰਨ ਦੀ ਜ਼ਰੂਰਤ ਨਹੀਂ ਹੈ। ਅਸੀਂ ਮਹਿਮਾਨਾਂ ਨੂੰ ਘਰੋਂ ਖਾਣਾ ਖਵਾ ਕੇ ਆਏ ਹਾਂ। ਇੰਨਾ ਸੁਣਦੇ ਹੀ ਸ਼ਾਮ ਲਾਲ ਦੀ ਪਤਨੀ ਹੈਰਾਨ ਰਹਿ ਗਈ। ਉਦੋਂ ਹੀ ਉਸਦਾ ਇੱਕ ਜਵਾਈ ਬੋਲਿਆ, ਜੋ ਨੀਲਮ ਦਾ ਹੋਣ ਵਾਲਾ ਪਤੀ ਸੀ। ਕਹਿਣ ਲੱਗਾ, ਆਖਿਰ ਇਹ ਸਾਡੇ ਮਹਿਮਾਨ ਹਨ ਅਤੇ ਸਾਡੀ ਜ਼ਿੰਮੇਵਾਰੀ ਹੈ। ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ। ਸ਼ਾਮ ਲਾਲ ਦੀ ਪਤਨੀ ਨੇ ਸੁੱਖ ਦਾ ਸਾਹ ਲਿਆ ਸੀ।
ਦਿਲ ਹੀ ਦਿਲ ਉਹ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰਨ ਲੱਗ ਪਈ। ਪਰ ਦਾਜ ਦਾ ਤਾਂ ਕੋਈ ਇੰਤਜ਼ਾਮ ਨਹੀਂ ਸੀ। ਵਿਆਹ ਦਾ ਸਮਾਂ ਹੋਇਆ ਤਾਂ ਪਹਿਲਾਂ ਨੀਲਮ ਅਤੇ ਫਿਰ ਮੰਜੂ ਦੇ ਫੇਰੇ ਹੋਏ। ਥੋੜੀ ਦੇਰ ਬਾਅਦ ਵਧਾਈਆਂ ਦੀ ਆਵਾਜ਼ ਗੂੰਜਣ ਲੱਗ ਪਈ ਸੀ। ਵਿਆਹ ਹੋ ਜਾਣ ਤੋਂ ਬਾਅਦ ਸ਼ਾਮ ਲਾਲ ਦੇ ਦੋਨੋਂ ਜਵਾਈ ਉੱਠ ਕੇ ਆਪਣੀ ਸੱਸ ਦੇ ਕੋਲ ਆਏ ਅਤੇ ਆ ਕੇ ਕਹਿਣ ਲੱਗੇ, ਮੰਮੀ ਜੀ, ਸਾਨੂੰ ਤੁਹਾਡੇ ਕੋਲੋਂ ਕੋਈ ਵੀ ਦਾਜ ਨਹੀਂ ਚਾਹੀਦਾ। ਤੁਸੀਂ ਫਿਕਰ ਨਾ ਕਰੋ, ਅਸੀਂ ਤੁਹਾਡੀਆਂ ਬੇਟੀਆਂ ਨੂੰ ਬਹੁਤ ਖੁਸ਼ ਰੱਖਾਂਗੇ। ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ। ਜੋ ਖੁਦ ਖਾਵਾਂਗੇ ਉਹ ਇਹਨਾਂ ਨੂੰ ਵੀ ਖਵਾਵਾਂਗੇ। ਤੁਸੀਂ ਦਾਜ ਦੇ ਕੇ ਸਾਨੂੰ ਸ਼ਰਮਿੰਦਾ ਨਾ ਕਰੋ। ਸ਼ਾਮ ਲਾਲ ਦੀ ਪਤਨੀ ਨੇ ਜਦੋਂ ਇਹ ਸੁਣਿਆ ਤਾਂ ਉਹ ਕਿੰਨੀ ਦੇਰ ਤਾਂ ਸਦਮੇ ਵਿੱਚ ਹੀ ਖੜੀ ਰਹੀ। ਫਿਰ ਹੜਬੜਾ ਕੇ ਦੋਨਾਂ ਜਵਾਈਆਂ ਦੇ ਸਿਰ ਤੇ ਪਿਆਰ ਨਾਲ ਹੱਥ ਰੱਖ ਕੇ ਦੁਆਵਾਂ ਦੇਣ ਲੱਗ ਪਈ। ਉਸ ਦੀਆਂ ਅੱਖਾਂ ਵਿੱਚੋਂ ਅਥਰੂ ਨਿਕਲ ਰਹੇ ਸੀ। ਬੇਸ਼ੱਕ ਇਸ ਦੀ ਨੇਕੀ ਜਾਇਜ਼ ਨਹੀਂ ਗਈ ਸੀ। ਸ਼ਾਮ ਲਾਲ ਦੇ ਬਾਰੇ ਸਾਰੇ ਮਹਿਮਾਨ ਪੁੱਛ ਰਹੇ ਸੀ। ਕੁਝ ਦੇਰ ਬਾਅਦ ਜਦੋਂ ਸ਼ਾਮ ਲਾਲ ਘਰ ਆਇਆ ਤਾਂ ਉਹ ਸੋਚ ਰਿਹਾ ਸੀ ਕਿ ਸਭ ਕੁਝ ਖਤਮ ਹੋ ਗਿਆ ਹੋਣਾ। ਪਰ ਜਦੋਂ ਉਹ ਘਰ ਆਇਆ ਤਾਂ ਸਾਹਮਣੇ ਦਾ ਮੰਜ਼ਰ ਦੇਖ ਕੇ ਹੈਰਾਨ ਰਹਿ ਗਿਆ। ਸਾਰੇ ਮਹਿਮਾਨ ਬਹੁਤ ਖੁਸ਼ ਸੀ। ਉਸ ਦੀਆਂ ਦੋਨੋਂ ਬੇਟੀਆਂ ਆਪਣੇ ਆਪਣੇ ਪਤੀਆਂ ਦੇ ਨਾਲ ਬੈਠੀਆਂ ਹੋਈਆਂ ਸੀ ਅਤੇ ਉੱਥੇ ਮੌਜੂਦ ਲੋਕ ਦੁਆਵਾਂ ਦੇ ਰਹੇ ਸੀ। ਉਸਨੇ ਜਦੋਂ ਇਹ ਸਭ ਦੇਖਿਆ ਤਾਂ ਹੱਕਾ ਬੱਕਾ ਰਹਿ ਗਿਆ। ਪਤਨੀ ਤੋਂ ਸਵਾਲ ਕਰਨ ਲੱਗਾ ਤਾਂ ਉਸ ਦੀ ਪਤਨੀ ਨੇ ਉਸਨੂੰ ਸਭ ਸੱਚ ਦੱਸ ਦਿੱਤਾ। ਸ਼ਾਮ ਲਾਲ ਹੈਰਾਨ ਸੀ ਕਿ ਐਨ ਮੌਕੇ ਤੇ ਇਹਨਾਂ ਦੇ ਦਿਲ ਵਿੱਚ ਇੰਨਾ ਰਹਿਮ ਕਿੱਦਾਂ ਆ ਗਿਆ। ਪਰ ਉਸ ਦੀ ਪਤਨੀ ਤੁਰੰਤ ਮੁਸਕਰਾ ਕੇ ਕਹਿਣ ਲੱਗੀ, ਮੈਂ ਤੁਹਾਨੂੰ ਕਿਹਾ ਸੀ ਨਾ ਕਿ ਸਾਡਾ ਰੱਬ ਸਾਨੂੰ ਸਾਡੀ ਨੇਕੀ ਦਾ ਅਜਰ ਜ਼ਰੂਰ ਦੇਵੇਗਾ। ਜ਼ਰੂਰੀ ਤਾਂ ਨਹੀਂ ਕਿ ਉਹ ਪੈਸੇ ਦੇ ਬਦਲੇ ਪੈਸੇ ਹੀ ਦੇਵੇ। ਅਸੀਂ ਉਸ ਦੀ ਰਾਹ ਵਿੱਚ ਪੈਸੇ ਖਰਚ ਕੀਤੇ ਤੇ ਦੇਖੋ ਉਸਨੇ ਸਾਡੇ ਲਈ ਕਿੱਦਾਂ ਦਾ ਸਬੱਬ ਤਿਆਰ ਕੀਤਾ ਹੈ। ਅੱਜ ਸਾਡੀਆਂ ਦੋਨੋਂ ਬੇਟੀਆਂ ਬਿਨਾਂ ਦਾਜ ਤੋਂ ਇੱਜ਼ਤ ਦੇ ਨਾਲ ਵਿਦਾ ਹੋ ਰਹੀਆਂ ਹਨ। ਇਹ ਸੁਣ ਕੇ ਸ਼ਾਮ ਲਾਲ ਨੂੰ ਵੀ ਆਪਣੀ ਸੋਚ ਤੇ ਸ਼ਰਮਿੰਦਗੀ ਹੋ ਰਹੀ ਸੀ। ਉਹ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰ ਰਿਹਾ ਸੀ ਅਤੇ ਖੁਸ਼ੀ-ਖੁਸ਼ੀ ਆਪਣੀ ਬੇਟੀਆਂ ਨੂੰ ਵਿਦਾ ਕੀਤਾ। ਇਸ ਤੋਂ ਬਾਅਦ ਉਸ ਦੀਆਂ ਬਾਕੀ ਬੇਟੀਆਂ ਦਾ ਵੀ ਬਿਨਾਂ ਦਾਜ ਤੋਂ ਖੁਸ਼ੀ-ਖੁਸ਼ੀ ਵਿਆਹ ਹੋ ਗਿਆ। ਸ਼ਾਮ ਲਾਲ ਰੋ-ਰੋ ਕੇ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰ ਰਿਹਾ ਸੀ। ਸਾਨੂੰ ਪਰਮਾਤਮਾ ਜਿਸ ਹਾਲ ਵਿੱਚ ਰੱਖਦਾ ਹੈ ਉਸੇ ਹਾਲ ਵਿੱਚ ਰਹਿਣਾ ਚਾਹੀਦਾ ਹੈ। ਜਰਾ-ਜਰਾ ਗੱਲ ਤੇ ਉਸ ਤੋਂ ਨਾ ਉਮੀਦੇ ਨਹੀਂ ਹੋ ਜਾਣਾ ਚਾਹੀਦਾ। ਜਦ ਕਿ ਅਸੀਂ ਜੋ ਸੱਚੇ ਦਿਲ ਤੋਂ ਮੰਗੀਏ ਤਾਂ ਉਹ ਜ਼ਰੂਰ ਦਿੰਦਾ ਹੈ। ਬਸ ਸਹੀ ਸਮੇਂ ਦਾ ਇੰਤਜ਼ਾਰ ਕਰੋ, ਕਿਉਂਕਿ ਉਸਦੇ ਘਰ ਦੇਰ ਹੈ ਅੰਧੇਰ ਨਹੀਂ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।